ਅੱਜ ਕੁਝ ਕੁ ਮਹੱਤਵਪੂਰਨ ਮੁੱਦਿਆਂ ਨੂੰ ਲੈ ਕੇ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਕੀਤੀ ਜਾ ਰਹੀ ਹੈ। ਇੱਕ ਤਾਂ ਜਿਹੜੀ ਵੱਡੀ ਚਿੰਤਾ ਕਿ ਰਸ਼ੀਆ ਤੇ ਯੂਕਰੇਨ ਦੀ ਲੜਾਈ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟਸ ਆ ਔਰ ਖਾਸ ਤੌਰ ਤੇ ਮੈਡੀਕਲ ਸਟੂਡੈਂਟ ਜਿਹੜੇ ਆ ਉਹ ਹਾਲੇ ਵੀ ਜਿਹੜੇ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਫਸੇ ਹੋਏ, ਜਿਨ੍ਹਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਉੱਥੇ ਫਸੇ ਹੋਏ ਆ। ਉਹਨਾਂ ਦੇ ਪੇਰੈਂਟਸ ਬੇਹੱਦ ਪਰੇਸ਼ਾਨੀ 'ਚੋਂ ਗੁਜ਼ਰ ਰਹੇ ਔਰ ਜਦੋਂ ਵੀ ਉਹ ਆਪਣੇ ਬੱਚਿਆਂ ਨਾਲ ਗੱਲ ਕਰਦੇ ਆ, ਜਿਸ ਤਰ੍ਹਾਂ ਦੇ ਉੱਥੋਂ ਖਬਰਨਾਮਾ ਆਉਂਦਾ, ਜਿਸ ਤਰ੍ਹਾਂ ਦੀ ਬੰਬਾਰੀ ਪਿੱਛੇ ਸੁਣਨ ਨੂੰ ਮਿਲਦੀ ਹੈ, ਉਹਦੇ ਨਾਲ ਪੇਰੈਂਟਸ ਵੀ ਜਿਹੜੇ ਆ ਬਹੁਤ ਸਹਿਮੇ ਹੋਏ। ਇਸ ਲਈ ਮੈਂ ਹਿੰਦੁਸਤਾਨ ਦੀ ਸਰਕਾਰ ਨੂੰ ਵੀ, ਵਿਦੇਸ਼ ਮੰਤਰਾਲੇ ਨੂੰ ਵੀ ਔਰ ਪੰਜਾਬ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਸਾਰੇ ਪੇਰੈਂਟਸ ਦੇ ਨਾਲ ਰਾਬਤਾ ਕਰਕੇ ਉਹਨਾਂ ਨੂੰ ਰੀਅਸ਼ੋਰ ਕੀਤਾ ਜਾਵੇ, ਬੱਚਿਆਂ ਦੀ ਪ੍ਰੋਪਰ ਡਿਟੇਲ ਲੈ ਕੇ ਤੇ ਉਹਨਾਂ ਦੇ ਉੱਥੋਂ ਕੱਢਣ ਵਾਸਤੇ ਜਿਹੜੇ ਆ ਸਹੀ ਇੰਤਜ਼ਾਮ, ਪੁਖਤਾ ਇੰਤਜ਼ਾਮ ਜਿਹੜੇ ਆ ਉਹ ਤੁਰੰਤ ਕੀਤੇ ਜਾਣ। ਕਿਉਂਕਿ ਮੇਰੇ ਵੀ ਹਲਕੇ ਦੇ ਕੁਝ ਸਟੂਡੈਂਟ ਆ, ਮੈਂ ਦੇਖਦਾ ਕਿ ਪਰਿਵਾਰਾਂ ਦੀ ਕਿੰਨੀ ਬੁਰੀ ਹਾਲਤ ਹੈ। ਮੈਂ ਹੁਣੇ ਵੀ ਇੱਕ ਬੱਚੇ ਨਾਲ ਆਪ ਵੀ ਗੱਲ ਕੀਤੀ ਹੈ ਔਰ ਉਹ ਵੀ ਮੈਨੂੰ ਦੱਸ ਰਿਹਾ ਸੀ ਕਿ ਅੰਕਲ ਤੁਸੀਂ ਸੁਣ ਸਕਦੇ ਹੋ ਕਿ ਹੁਣ ਵੀ ਪਿੱਛੇ ਬੰਬ ਚੱਲਣ ਦੀ ਆਵਾਜ਼ ਜਿਹੜੀ ਹੈ ਉਹ ਆ ਰਹੀ ਹੈ। ਇਸ ਕਰਕੇ ਇਹੋ ਜਿਹੇ ਮਾਹੌਲ ਦੇ ਵਿੱਚ ਪੇਰੈਂਟਸ ਵਾਸਤੇ ਬਹੁਤ ਮੁਸ਼ਕਲ ਹੋ ਜਾਂਦਾ ਕਿ ਕਿਸ ਤਰੀਕੇ ਰਾਤ ਕੱਟੀ ਜਾਵੇ। ਲੇਕਿਨ ਜਿਹੜੀ ਸਾਡੇ ਸੂਬੇ ਦੇ ਵਿੱਚ ਇਲੈਕਸ਼ਨ ਹੋਣ ਤੋਂ ਬਾਅਦ ਜੋ ਮਾਹੌਲ ਬਣਿਆ ਹੋਇਆ, ਉਹਦੇ ਵਿੱਚ ਕੋਈ ਸੁਣਵਾਈ ਜਿਹੜੀ ਆ ਉਹ ਲੋਕਾਂ ਦੀ ਨਹੀਂ ਹੋ ਰਹੀ। ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਤੁਰੰਤ ਸਾਡੇ ਜਿਹੜੇ ਬੱਚੇ ਉੱਥੇ ਫਸੇ ਆ ਉਹਨਾਂ ਨੂੰ ਜਿਹੜਾ ਉੱਥੋਂ ਕੱਢਣ ਵਾਸਤੇ ਗਵਰਨਮੈਂਟ ਆਫ ਇੰਡੀਆ ਦੇ ਨਾਲ ਇਕੱਲੇ ਬੱਚੇ ਦੀ ਡਿਟੇਲ ਸ਼ੇਅਰ ਕਰਕੇ, ਉਹਨਾਂ ਦੀ ਲੋਕੇਸ਼ਨ ਸ਼ੇਅਰ ਕਰਕੇ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਘਰ ਲਿਆਉਣ ਦਾ ਇੰਤਜ਼ਾਮ ਜਿਹੜਾ ਉਹ ਹੋਣਾ ਚਾਹੀਦਾ। ਆਲਰੇਡੀ ਪਾਰਟੀ ਪੱਧਰ ਦੇ ਉੱਤੇ ਅਸੀਂ ਵੀ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਨਾਲ ਟੇਕਅਪ ਕੀਤਾ, ਪ੍ਰਧਾਨ ਸਾਹਿਬ ਨੇ ਵੀ ਕੀਤਾ, ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਵੀ ਕੀਤਾ, ਤੇ ਅਸੀਂ ਵੀ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਹਾਂ। ਪਰ ਜੋ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਬਣਦੀ ਹੈ ਇਸ ਟਾਈਮ ਦੇ ਉੱਤੇ ਉਹਨੂੰ ਹੋਰ ਇਫੈਕਟਿਵਲੀ ਨਿਭਾਉਣੀ ਚਾਹੀਦੀ ਹੈ। ਉਹ ਸੰਤੁਸ਼ਟੀਜਨਕ ਨਹੀਂ ਹੈ। ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਹੋਰ ਉਹਦੇ ਪ੍ਰਬੰਧ ਕੀਤੇ ਜਾਣ। ਦੂਸਰਾ ਜਿਹੜਾ ਬਹੁਤ ਵੱਡਾ ਪੰਜਾਬ ਵਾਸਤੇ ਬੜਾ ਘਾਤਕ ਇਸ਼ੂ ਕਹਿ ਸਕਦੇ ਹਾਂ ਕਿ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਨੇ ਕਿ ਚੰਡੀਗੜ੍ਹ ਜਿਹੜਾ ਪੰਜਾਬ ਦਾ ਅਨਿੱਖੜਵਾਂ ਅੰਗ ਆ, ਉਹਦੇ ਉੱਤੇ ਜਿਹੜੇ ਆ ਕਿਸੇ ਨਾ ਕਿਸੇ ਤਰੀਕੇ ਪਿਛਲੇ ਦਰਵਾਜ਼ਿਓਂ ਉਹਨੂੰ ਕੰਟਰੋਲ ਕਰਕੇ ਪੰਜਾਬ ਦੀ ਜਿਹੜੀ ਹਿੱਸੇਦਾਰੀ ਹੈ ਇਸ ਵੇਲੇ ਯੂਨੀਅਨ ਟੈਰੀਟਰੀ ਪ੍ਰਸ਼ਾਸਨ ਦੇ ਵਿੱਚ ਉਹ ਘਟਾਈ ਜਾਵੇ। ਇਹ ਇੱਕ ਵਾਰੀ ਨਹੀਂ ਹੋਇਆ, ਬਹੁਤ ਵਾਰੀ ਹੋਇਆ। ਹਾਲਾਂਕਿ ਪੰਜਾਬ ਰੀਆਰਗਨਾਈਜੇਸ਼ਨ ਐਕਟ 1966 ਦੇ ਵਿੱਚ ਉਸ ਤੋਂ ਬਾਅਦ ਇੱਕ ਕਲੀਅਰ ਕੱਟ ਫੈਸਲਾ ਹੋਇਆ ਸੀ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ 60-40 ਦੀ ਰੇਸ਼ੋ ਜਿਹੜੀ ਆ ਉਹ ਮੇਨਟੇਨ ਕੀਤੀ ਜਾਏਗੀ। 18 ਜੁਲਾਈ 1988 ਨੂੰ ਜਿਹੜੀ ਹੈ ਉਸ ਵੇਲੇ ਜਿਹੜੇ ਸਾਡੇ ਗਵਰਨਰ ਸੀ SS ਰੇ, ਉਹਨਾਂ ਨੇ ਵੀ ਬੜਾ ਸਪਸ਼ਟ ਲਿਖਿਆ ਸੀ ਕਿ ਚੰਡੀਗੜ੍ਹ ਦੀ ਜਿਹੜੀ ਯੂਟੀ ਹੈ ਇਹ ਦੂਜੀਆਂ ਯੂਨੀਅਨ ਟੈਰੀਟਰੀਜ਼ ਦੀ ਤਰ੍ਹਾਂ ਨਹੀਂ ਹੈ। ਇਹ ਬੜਾ ਸਪਸ਼ਟ ਉਹਨਾਂ ਨੇ ਉਸ ਵੇਲੇ ਦੇ ਕੇਂਦਰ ਦੇ ਗ੍ਰਹਿ ਸਕੱਤਰ ਨੂੰ ਲਿਖਿਆ ਸੀ ਕਿ ਇੱਥੇ ਜਿਹੜੀ ਹੈ ਮੁਲਾਜ਼ਮਾਂ ਦੀ ਜੋ ਸਹਿਮਤੀ ਬਣੀ ਹੋਈ ਹੈ ਪੰਜਾਬ ਰੀਆਰਗਨਾਈਜੇਸ਼ਨ ਐਕਟ ਤੋਂ ਬਾਅਦ, ਉਸੇ ਤਰ੍ਹਾਂ 60-40 ਦੀ ਮੇਨਟੇਨ ਕੀਤੀ ਜਾਣੀ ਚਾਹੀਦੀ ਹੈ। ਇਹਨੂੰ ਦੂਜੀਆਂ ਯੂਨੀਅਨ ਟੈਰੀਟਰੀਜ਼ ਦੇ ਨਾਲ ਜਿਹੜਾ ਹੈਗਾ ਉਹ ਨਹੀਂ ਰਲਾਉਣਾ ਚਾਹੀਦਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਕੇਂਦਰ ਸਰਕਾਰ ਦੇ ਪੱਧਰ ਦੇ ਉੱਤੇ ਜਿਹੜੇ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਲੱਗਦੇ ਆ ਕੇਂਦਰ ਸਰਕਾਰ ਦੇ, ਉਹਨਾਂ ਦੇ ਪੱਧਰ ਦੇ ਉੱਤੇ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਜਿਹੜੀ ਹੈ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਜਾਵੇ। ਇੱਥੋਂ ਦੇ ਜਿਹੜੇ ਵੱਖ-ਵੱਖ ਪੋਸਟਾਂ ਦੇ ਉੱਤੇ ਜਿਹੜੇ ਸਾਡੇ ਅਫਸਰ ਜਾਂ ਬਾਕੀ ਮੁਲਾਜ਼ਮ ਨਿਯੁਕਤ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇੱਥੋਂ ਕੱਢਿਆ ਜਾਵੇ। ਔਰ ਖ਼ਾਸ ਤੌਰ 'ਤੇ ਜਦੋਂ ਪੰਜਾਬ ਇਲੈਕਸ਼ਨ ਫੇਸ ਕਰ ਰਿਹਾ ਸੀ ਤੇ ਇਹੋ ਜਿਹੇ ਡਾਕੇ ਜਿਹੜੇ ਆ ਉਹ ਇਹਨਾਂ ਦਿਨਾਂ ਦੇ ਵਿੱਚ ਫੇਰ ਮਾਰਨ ਦੀ ਜਿਹੜੀ ਆ ਉਹ ਬੜੀ ਵੱਡੀ ਕੋਸ਼ਿਸ਼ ਹੋਈ, ਜਿਹਦੀ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਜਿਹੜੀ ਆ ਉਹ ਘੋਰ ਨਿੰਦਾ ਕਰਦਾ।
क्योंकि स्टेट इलैक्शन दे विच है और इस इलैक्शन के पीरियड के दौरान ਜਿਹੜੇ बदलाव पिछे इस रेशो ਨੂੰ ਵਿੱਚ ਕਰਨ ਦੇ ਵਾਸਤੇ ਕੀਤੇ ਗਏ ਉਹ बहुत ही ਜਿਹੜੇ ਆ ਮੰਦਭਾਗੇ ਆ। ਇਹ ਨੋਟਿਸ ਲਿਆ ਜਾਣਾ ਚਾਹੀਦਾ ਜਿਹੜਾ ਹੈਗਾ ਕੇਂਦਰ ਦੇ ਗ੍ਰਹਿ ਮੰਤਰੀ ਸਾਹਿਬ ਵੱਲੋਂ, ਜਿਹੜੇ ਪੰਜਾਬ ਦੇ ਪ੍ਰਸ਼ਾਸਕ ਨੇ ਚੰਡੀਗੜ੍ਹ ਦੇ, ਸਾਡੇ ਪੰਜਾਬ ਦੇ ਗਵਰਨਰ ਵੀ ਨੇ, ਚੰਡੀਗੜ੍ਹ ਦੇ ਪ੍ਰਸ਼ਾਸਕ ਨੇ, ਉਹਨਾਂ ਵੱਲੋਂ ਕਿ ਇਹ ਕੋਸ਼ਿਸ਼ ਕੌਣ ਕਰਦਾ, ਕਿਉਂਕਿ ਇਲੀਗਲ ਕੰਮ ਹੈ। ਜਿਹੜਾ ਵੀ ਅਫਸਰ ਰੂਲਸ ਦੇ ਅਗੇਂਸਟ ਕੰਮ ਕਰਦਾ ਉਹਨਾਂ ਅਫਸਰਾਂ ਦੇ ਅਗੇਂਸਟ ਐਕਸ਼ਨ ਕਿਉਂ ਨਹੀਂ ਹੁੰਦਾ, ਕਿਉਂਕਿ ਰੌਲਾ ਪੈਣ ਦੇ ਉੱਤੇ ਫਾਰ ਦੀ ਟਾਈਮ ਬਿੰਗ ਐਕਸ਼ਨ ਰੁਕ ਜਾਂਦਾ। ਪਰ ਜਿਸ ਅਫਸਰ ਦੀ ਉਹ ਪ੍ਰਪੋਜ਼ਲ ਹੈ ਜਿਹਨੇ ਇਹ ਐਕਸ਼ਨ ਲੈਣ ਦੀ ਜ਼ਰੂਰਤ ਕੀਤੀ ਉਹਦੇ ਖਿਲਾਫ ਡਿਸਪਲਿਨਰੀ ਐਕਸ਼ਨ ਕਿਉਂ ਨਹੀਂ ਹੁੰਦਾ ਕਿ ਐਡੇ ਵੱਡੇ ਜਿਹੜੇ ਐਕਟ ਤੋਂ ਬਾਅਦ ਜਿਹੜੇ ਸਮਝੌਤੇ ਹੋਏ ਆ ਉਹਨਾਂ ਨੂੰ ਅਗਰ ਕੋਈ ਟਾਰਪੀਡੋ ਕਰਨ ਦੀ ਕੋਸ਼ਿਸ਼ ਕਰਦਾ ਤਾਂ ਜੇ ਉਹਦੇ ਅਗੇਂਸਟ ਐਕਸ਼ਨ ਨਹੀਂ ਹੁੰਦਾ ਤਾਂ ਫਿਰ ਇਹ ਮੰਨਣਾ ਪੈਂਦਾ ਕਿ ਕਿਤੇ ਨਾ ਕਿਤੇ ਜਿਹੜੀ ਆ ਕੇਂਦਰ ਸਰਕਾਰ ਦੀ ਉਹਨੂੰ ਸਰਪ੍ਰਸਤੀ ਹਾਸਲ ਹੁੰਦੀ ਆ। ਇਹਦੇ ਗਲਤ ਸੰਕੇਤ ਜਿਹੜੇ ਆ ਉਹ ਜਾਂਦੇ ਆ। ਪਹਿਲਾਂ ਤਾਂ ਜਿਹੜਾ ਚੰਡੀਗੜ੍ਹ ਦੇ ਵਿੱਚ ਡੈਪੂਟੇਸ਼ਨ ਹੈ ਇਹ ਬੜਾ ਸਪਸ਼ਟ ਹੈ ਕਿ ਇਹ ਕੋਈ ਦੂਸਰੇ ਡੈਪੂਟੇਸ਼ਨ ਵਾਂਗੂ ਨਹੀਂ ਹੈ। ਇੱਥੇ ਕੋਈ ਡੈਪੂਟੇਸ਼ਨ ਅਨਾਉਂਸ ਨਹੀਂ ਮਿਲਦਾ। ਇਹ ਸਾਡਾ ਪੰਜਾਬ ਦਾ ਰਾਈਟ ਹੈ। ਪੰਜਾਬ ਰੀਆਰਗਨਾਈਜੇਸ਼ਨ ਐਕਟ ਤੋਂ ਬਾਅਦ ਪੰਜਾਬ ਦਾ ਸਾਡਾ ਰਾਈਟ ਹੈ ਕਿ 60% ਮੁਲਾਜ਼ਮ ਸਾਡੇ ਪੰਜਾਬ ਦੇ ਅਫਸਰ ਜਿਹੜੇ ਆ ਉਹ ਰਹਿਣਗੇ। ਉਹਨਾਂ ਨੂੰ ਕੋਈ ਅਨਾਉਂਸ ਨਹੀਂ ਮਿਲਦਾ, ਲੇਕਿਨ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਪੰਜਾਬ ਦੇ ਹੱਕਾਂ ਦੀ ਖਾਤਰ ਇੱਥੇ ਜਿਹੜਾ ਪੰਜਾਬ ਦੇ ਜਿਹੜੇ ਯੂਟੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹ ਡਿਊਟੀ ਦੇਣਗੇ। ਇਸ ਕਰਕੇ ਇਹਨੂੰ ਦੂਸਰੇ ਡੈਪੂਟੇਸ਼ਨ ਦੇ ਨਾਲ ਕਨਫਿਊਜ਼ ਕਰਕੇ ਕਦੀ ਉਹਨਾਂ ਦੀ ਟਰਮ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੰਨੇ ਸਾਲਾਂ ਬਾਅਦ ਤੁਹਾਨੂੰ, ਕਿਉਂਕਿ ਯੂਟੀ ਦੇ ਐਡਮਿਨਿਸਟ੍ਰੇਸ਼ਨ ਦਾ ਰਾਈਟ ਨਹੀਂ ਕੋਈ, ਕਿਸੇ ਦੇ ਅਗੇਂਸਟ ਕੋਈ ਡਿਸਪਲਿਨਰੀ ਪ੍ਰੋਸੀਡਿੰਗ ਆ ਉਹ ਅਲੱਗ ਤੌਰ 'ਤੇ ਟੇਕਅਪ ਕੀਤੀਆਂ ਜਾ ਸਕਦੀਆਂ। ਪਰ ਯੂਟੀ ਐਡਮਿਨਿਸਟ੍ਰੇਸ਼ਨ ਨੂੰ ਇਹ ਰਾਈਟ ਕਿਹਨੇ ਦਿੱਤਾ ਕਿ ਉਹ ਆਪਣੇ ਆਪ ਹੀ ਤੈਅ ਕਰ ਦੇਣ ਕਿ ਇਹਨਾਂ ਦੀ ਮਿਆਦ 3 ਹੈ ਕਿ ਸਾਡੇ ਮੁਲਾਜ਼ਮ ਨੇ, ਸਾਡਾ ਰਾਈਟ ਹੈ ਸਾਡੇ 60% ਮੁਲਾਜ਼ਮ ਰਹਿਣਗੇ, ਕਿਹੜੇ ਮੁਲਾਜ਼ਮ ਰਹਿਣਗੇ ਉਹ ਸਾਡਾ ਰਾਈਟ ਹੈ। ਇਸ ਕਰਕੇ ਯੂਟੀ ਐਡਮਿਨਿਸਟ੍ਰੇਸ਼ਨ ਨੂੰ ਇਹ ਰਾਈਟ ਕਿਹਨੇ ਦਿੱਤਾ ਕਿ ਉਹ ਜਿਹੜੇ ਆ ਇੱਦਾਂ ਦੀਆਂ ਕੋਸ਼ਿਸ਼ਾਂ ਕਰਕੇ ਜਿਹੜੀ ਆ ਉਹ ਪੰਜਾਬ ਦੇ ਹੱਕਾਂ ਦਾ, ਈਵਨ ਹਰਿਆਣੇ ਦੇ ਹੱਕਾਂ ਦਾ ਵੀ ਨੁਕਸਾਨ ਕਰ ਰਹੇ, ਕਿਉਂਕਿ 60-40% ਉਹਨਾਂ ਦਾ ਵੀ ਹੈ। ਐਜੂਕੇਸ਼ਨ ਦੇ ਵਿੱਚ ਲਗਾਤਾਰ ਮੈਂ ਪਿਛਲੇ ਵੀ ਬਹੁਤ ਸਮੇਂ ਤੋਂ ਚਿੱਠੀਆਂ ਲਿਖਦਾ ਆ ਰਿਹਾ, ਧੱਜੀਆਂ ਉਡਾਈਆਂ ਗਈਆਂ 60-40 ਦੇ ਰੇਸ਼ੋ ਦੀਆਂ। ਪਹਿਲਾਂ ਤਾਂ ਯੂਟੀ ਨੇ ਆਪਣਾ ਕੇਡਰ ਕ੍ਰੀਏਟ ਕੀਤਾ, ਉਹਦੇ ਕੋਲ ਕੋਈ ਰਾਈਟ ਨਹੀਂ ਸੀ। ਦੱਸੋ ਪੰਜਾਬ ਰੀਆਰਗਨਾਈਜੇਸ਼ਨ ਐਕਟ ਦੇ ਵਿੱਚ ਕਿੱਥੇ ਲਿਖਿਆ ਕਿ ਯੂਟੀ ਆਪਣਾ ਜਿਹੜੀ ਆ ਰਿਕਰੂਟਮੈਂਟ ਕਰ ਸਕਦੀ ਹੈ। ਇਹਨਾਂ ਨੇ 80% ਜਿਹੜੀ ਆ ਉਹ ਟੀਚਰ ਦੀ ਰਿਕਰੂਟਮੈਂਟ ਜਿਹੜੀ ਆ ਉਹ ਯੂਟੀ ਕੇਡਰ ਦੀ ਅਲੱਗ ਕਰ ਲਈ। ਹੁਣ ਪੰਜਾਬ ਨੂੰ ਮਿਲਣਾ ਸੀ 60-40 ਤੇ ਸਾਡੇ ਕੋਲ ਤਾਂ ਰਹਿ 20% ਗਿਆ। 20% ਤੋਂ 60% ਮਤਲਬ 12% ਪੰਜਾਬ ਦਾ ਹਿੱਸਾ ਰਹਿ ਗਿਆ, 8% ਹਰਿਆਣੇ ਦਾ ਰਹਿ ਗਿਆ। ਤੇ ਕਿੱਥੇ ਗਈ ਜਿਹੜੀ ਸੈਟਲਮੈਂਟ, ਜਿਹੜੀ ਪੰਜਾਬ ਰੀਆਰਗਨਾਈਜੇਸ਼ਨ ਐਕਟ, ਕਿਹਦੀ ਪਰਮਿਸ਼ਨ ਦੇ ਨਾਲ ਜਿਹੜਾ ਐਕਟ ਹੈ ਉਹ ਵਾਇਓਲੇਟ ਕੀਤਾ ਗਿਆ? ਕਿਉਂ ਇਸ ਤਰ੍ਹਾਂ ਦਾ ਨਵਾਂ ਕੇਡਰ ਕ੍ਰੀਏਟ ਕੀਤਾ ਗਿਆ? ਬਹੁਤ ਵੱਡੇ ਜਿਹੜੇ ਕਨਸਟੀਟਿਊਸ਼ਨਲ ਕੁਐਸਚਨ ਹੈ ਕਿ ਕਿੰਨਾ ਅਫਸਰਾਂ ਨੇ ਉਹਦੀ ਪ੍ਰਵਾਨਗੀ ਦਿੱਤੀ। ਪਰ ਈਵਨ ਜਿਹੜਾ 12% ਮੈਂ ਕਹਿ ਸਕਦਾ ਕਿ 20% ਦੇ ਵਿੱਚੋਂ ਜਿਹੜਾ 60% ਹੈ ਉਹ 12% ਵੀ ਜਿਹੜਾ ਉਹ ਮੇਨਟੇਨ ਨਹੀਂ ਕੀਤਾ ਜਾ ਰਿਹਾ। ਮੈਨੂੰ ਯਾਦ ਹੈ ਜਦੋਂ 2015 ਦੇ ਵਿੱਚ ਮੈਂ ਐਜੂਕੇਸ਼ਨ ਮਿਨਿਸਟਰ ਸੀ ਤੇ ਮੈਂ ਬਹੁਤ ਵੱਡੀ ਚਿੱਠੀ ਉਸ ਵੇਲੇ ਜਿਹੜੀ ਆ ਇਹ ਸਾਰੀ ਡਿਟੇਲ ਉਸ ਵੇਲੇ ਦੇ ਜਿਹੜੇ ਐਡਮਿਨਿਸਟ੍ਰੇਟਰ ਸੀ ਦੇਵ ਸਾਹਿਬ ਉਹਨਾਂ ਨੂੰ ਲਿਖੀ ਸੀ। ਜਦੋਂ ਸਾਡੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਟੀਚਰ ਵਾਪਸ ਭੇਜੇ ਜਾਣਗੇ ਤੇ ਮੈਂ ਇਕੱਲੇ ਦਾ ਕੱਢ ਕੇ ਭੇਜਿਆ ਸੀ ਵੀ ਪਹਿਲੀ ਗੱਲ ਤਾਂ 60-40 ਕਿੱਥੇ ਹੈ, ਤੁਸੀਂ 12% ਤੇ ਸਾਨੂੰ ਲੈਣ ਦਾ 12% ਤੋਂ ਵੀ ਮੈਂ ਇਕੱਲੇ ਸਬਜੈਕਟ ਦਾ ਕੱਢ ਕੇ ਭੇਜਿਆ ਸੀ ਕਿ ਅੱਜ ਵੀ ਸਾਡੇ ਕੋਲੇ ਜਿਹੜੀਆਂ ਨੇ 211 ਪੋਸਟਾਂ ਸਾਡੇ ਹੋਰ ਜਾਣੇ ਚਾਹੀਦੇ ਆ ਐਮਪਲਾਈ, ਸਾਡੇ ਅੱਜ ਵੀ 212 ਖਾਲੀ ਆ, ਤੁਸੀਂ ਸਾਡੇ ਬੰਦੇ ਵਾਪਸ ਕਿੱਦਾਂ ਭੇਜੇ ਜਾਂਦੇ? ਇਹ 2015 ਦੀ ਗੱਲ ਆ, ਉਦੋਂ ਮੈਂ ਇੰਨੀ ਡਿਟੇਲ ਦੇ ਵਿੱਚ ਚਿੱਠੀ ਜਿਹੜੀ ਆ ਉਸ ਵੇਲੇ ਉਹਨਾਂ ਨੂੰ ਭੇਜੀ ਸੀਗੀ। ਉਸ ਤੋਂ ਬਾਅਦ ਜਾ ਕੇ ਕੰਮ ਜਿਹੜਾ ਉੱਥੇ ਰੁਕਿਆ। ਇਸ ਤੋਂ ਬਾਅਦ ਕੀ ਹੁੰਦਾ ਕਿ JBT ਟੀਚਰਾਂ ਦੀ ਰਿਕਰੂਟਮੈਂਟ ਜਿਹੜੀ ਆ ਉਹ ਸ਼ੁਰੂ ਹੋਈ 2018 ਦੇ ਵਿੱਚ 468 JBT ਟੀਚਰਾਂ ਦੀ। ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੇ ਨਾਲ ਕਿੰਨਾ ਵੱਡਾ ਧੱਕਾ ਕੀਤਾ ਗਿਆ। ਜਿਹੜੇ ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਵਿੱਚ ਰਿਕਰੂਟਮੈਂਟ ਰੂਲਸ ਜਾਂ ਬਾਕੀ ਸਰਵਿਸ ਰੂਲ ਪੰਜਾਬ ਗਵਰਨਮੈਂਟ ਦੇ ਲਾਗੂ ਹੁੰਦੇ। ਪੰਜਾਬ ਗਵਰਨਮੈਂਟ ਦੇ ਰੂਲਾਂ ਦੇ ਮੁਤਾਬਕ 10ਵੀਂ ਤੱਕ ਪੰਜਾਬੀ ਦੀ ਪੜ੍ਹਾਈ ਕੰਪਲਸਰੀ ਆ ਔਰ ਉਹ ਸ਼ਰਤ ਜਿਹੜੀ ਆ ਜਦੋਂ 468 JBT ਟੀਚਰ ਰਿਕਰੂਟ ਕੀਤੇ ਗਏ ਉਹ ਸ਼ਰਤ ਉਹ 'ਚੋਂ ਹਟਾ ਦਿੱਤੀ ਗਈ। ਇਕੱਲੀ ਸ਼ਰਤ ਨਹੀਂ ਹਟਾਈ ਗਈ, ਉਹਦੇ ਨਾਲ ਇੱਕ ਹੋਰ ਖਿਲਵਾੜ ਕੀਤਾ ਗਿਆ ਕਿ ਜਿਹੜਾ ਇਮਤਿਹਾਨ ਲੈਣਾ ਰਿਟਨ ਉਹਦੇ 'ਚ ਉਹਨੂੰ ਸਿਰਫ ਇੰਗਲਿਸ਼ ਤੇ ਹਿੰਦੀ ਜਿਹੜੀ ਆ 2 ਭਾਸ਼ਾ ਕਰ ਦਿੱਤੀਆਂ ਗਈਆਂ, ਪੰਜਾਬੀ ਭਾਸ਼ਾ ਹੀ ਉਹ 'ਚੋਂ ਖਤਮ ਕਰ ਦਿੱਤੀ ਗਈ।
ਤੁਸੀਂ ਦੇਖੋ ਚੰਡੀਗੜ੍ਹ ਤੁਸੀਂ ਬਣਾਇਆ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ, ਤੇ ਤੁਸੀਂ ਉੱਥੇ ਪੰਜਾਬ ਗਵਰਨਮੈਂਟ ਦੇ ਰੂਲਸ ਲਾਗੂ ਹੁੰਦੇ ਆ। ਤੁਸੀਂ ਉਸ ਵੇਲੇ ਜਿਹੜੀ ਐਡਵਰਟਾਈਜ਼ਮੈਂਟ ਕੀਤੀ, ਇਹ ਮੈਂ ਉਸ ਵੇਲੇ ਜਿਹੜੀ ਹੈ 21/4/17 ਨੂੰ ਬੜੀ ਡਿਟੇਲਡ ਲੈਟਰ ਜਿਹੜੀ ਹੈ ਉਸ ਵੇਲੇ ਗਵਰਨਰ ਸਾਹਿਬ ਨੂੰ ਲਿਖੀ ਸੀ, ਤੇ ਫਿਰ ਜਾ ਕੇ ਉਹ ਦੁਬਾਰਾ ਜਿਹੜੀ ਆ ਉਹਦੇ 'ਚ ਸੋਧ ਕੀਤੀ ਗਈ ਉਹਦੀ ਐਡਵਰਟਾਈਜ਼ਮੈਂਟ ਦੇ ਵਿੱਚ। ਪਰ ਇਹ ਸੋਧ ਤਾਂ ਉਦੋਂ ਰੌਲਾ ਪਏ ਤਾਂ ਉਹਨੂੰ ਰੋਕਣ ਵਾਸਤੇ ਕਰ ਲੈਂਦੇ ਆ, ਪਰ ਉਹਨਾਂ ਅਫਸਰਾਂ ਦੇ ਅਗੇਂਸਟ ਐਕਸ਼ਨ ਕਿਉਂ ਨਹੀਂ ਹੁੰਦਾ ਜਿਹੜੇ ਵਾਰ-ਵਾਰ ਇਸ ਤਰ੍ਹਾਂ ਦੇ ਖਿਲਵਾੜ ਕਰਨ ਵਾਲੇ ਕੰਮ ਜਿਹੜੇ ਆ ਉਹ ਕਰਦੇ ਆ? ਉਹਨਾਂ ਦੇ ਅਗੇਂਸਟ ਜਿਹੜਾ ਹੈਗਾ ਉਹ ਕੋਈ ਨਹੀਂ ਕੀਤਾ। ਇਸੇ ਤਰ੍ਹਾਂ ਹਾਇਰ ਐਜੂਕੇਸ਼ਨ ਦੇ ਵਿੱਚ ਬਿਲਕੁਲ ਹੀ ਕਈ ਸਾਲਾਂ ਤੋਂ ਜਿਹੜੀ ਡੈਪੂਟੇਸ਼ਨ ਬੰਦ ਆ। ਇਹਦਾ ਮਤਲਬ ਹਾਇਰ ਐਜੂਕੇਸ਼ਨ ਦੇ ਵਿੱਚ ਜਿੰਨੇ ਗਵਰਨਮੈਂਟ ਕਾਲਜ ਨੇ ਚੰਡੀਗੜ੍ਹ ਦੇ ਵਿੱਚ, ਉਹਦੇ ਵਿੱਚ ਪੰਜਾਬ ਦੀ ਜਿਹੜੀ 60-40 ਦੀ ਰੇਸ਼ੋ ਵਾਲਾ ਕੰਮ ਹੈ ਪੰਜਾਬ ਤੇ ਹਰਿਆਣੇ ਦਾ, ਉਹ ਖਤਮ ਹੀ ਕਰ ਦਿੱਤਾ। ਉਹ ਕਿਹਦੇ ਹੁਕਮਾਂ ਦੇ ਨਾਲ ਹੋਇਆ? ਕੌਣ ਉਹਦੇ ਵਾਸਤੇ ਜ਼ਿੰਮੇਵਾਰ ਹੈ? ਇਹਦੀ ਇਨਕੁਆਇਰੀ ਘੱਟੋ ਘੱਟ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਇਸ਼ੂ ਜਿਹੜਾ ਐਕਟ ਦੇ ਨਾਲ ਇੱਕ ਇਸ਼ੂ ਹੱਲ ਹੋਇਆ। ਉਸ ਤੋਂ ਬਾਅਦ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਲਏ ਜਾਂਦੇ ਆ, ਇਹਨਾਂ ਫੈਸਲਿਆਂ ਵਾਸਤੇ ਕੌਣ ਜ਼ਿੰਮੇਵਾਰ ਹੈ? ਇਹਦੀ ਵਾਸਤੇ ਜਿਹੜੀ ਹੈ ਰਿਸਪੌਂਸਿਬਿਲਟੀ ਜਿਹੜੀ ਹੈ ਉਹ ਫਿਕਸ ਹੋਣੀ ਚਾਹੀਦੀ। ਹੁਣ ਤਾਜ਼ਾ ਅਸੀਂ ਤਾਂ ਇਲੈਕਸ਼ਨ ਲੜ ਰਹੇ ਸੀ, ਤੇ ਵਿੱਚ ਡਾਕਟਰਾਂ ਨੂੰ ਫਰਮਾਨ ਆ ਗਿਆ ਕਿ ਉਹਦੇ ਨਾਲ ਡਾਕਟਰ ਜਿਹੜੇ ਹੈਗੇ ਆ, ਉਹ ਡਾਕਟਰ ਜਿਹੜੇ ਜਿਨ੍ਹਾਂ ਦੀ ਗਿਣਤੀ ਇਸ ਵੇਲੇ 112 ਹੈ, ਉਹਨਾਂ ਦਾ ਹੁਕਮ ਆ ਗਿਆ ਕਿ ਉਹਨਾਂ ਨੂੰ ਜਿਹੜਾ ਹੈਗਾ ਇਹ ਵਾਪਸ ਆਪਣੀ ਸਟੇਟ ਨੂੰ ਭੇਜਿਆ ਜਾਏਗਾ। 112 ਡਾਕਟਰ ਉਹ ਬਾਅਦ 'ਚ ਗਵਰਨਰ ਸਾਹਿਬ ਦੇ ਪੇਸ਼ ਹੋਏ, ਹਾਲੇ ਕੰਮ ਰੁਕਿਆ, ਲੇਕਿਨ ਤਲਵਾਰ ਲਟਕਦੀ ਹੈ ਚੰਡੀਗੜ੍ਹ ਦੇ ਵਿੱਚ। ਜਿਹੜੇ ਪੰਜਾਬ ਦੇ ਸਾਡੇ ਡਾਕਟਰ ਬੜੇ ਲੰਬੇ ਸਮੇਂ ਤੋਂ ਬੜੀ ਅੱਛੀ ਸੇਵਾਵਾਂ ਦੇ ਰਹੇ ਆ। ਸੈਕਟਰ 16 ਦਾ ਕਿੰਨਾ ਅੱਛਾ ਹਸਪੀਟਲ ਹੈ, ਹੋਰ ਕਿੰਨੇ ਅੱਛੇ ਡਿਸਪੈਂਸਰੀਆਂ ਨੇ। ਔਰ ਹੈਰਾਨੀ ਹੈ ਕਿ ਇਹ ਨਵੀਂ ਐਡਵਰਟਾਈਜ਼ਮੈਂਟ ਜਿਹੜੀ ਆ ਇਹ ਜਾਰੀ ਕੀਤੀ ਗਈ ਡਾਕਟਰਾਂ ਦੀ ਡੈਪੂਟੇਸ਼ਨ ਲੈਣ ਵਾਸਤੇ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਡਾਕਟਰਾਂ ਦੇਣ ਨੂੰ ਡੈਪੂਟੇਸ਼ਨ ਤੇ ਲੈਣ ਵਾਸਤੇ। ਇਹਦੇ 'ਚ ਕਿੱਥੋਂ ਹੈ ਕਿ ਡਾਕਟਰ ਜਿਹੜੇ ਹੈਗੇ ਕਿਤੋਂ ਵੀ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਸੈਂਟਰਲ ਗਵਰਨਮੈਂਟ ਐਂਡ ਐਨੀ ਯੂਨੀਅਨ ਟੈਰੀਟਰੀ, ਕਿਤੋਂ ਵੀ ਜਿਹੜਾ ਡਾਕਟਰ ਹੈ ਡੈਪੂਟੇਸ਼ਨ ਤੇ ਆ ਸਕਦਾ। ਹੁਣ ਮੈਨੂੰ ਦੱਸੋ ਕਿ ਪੰਜਾਬ ਰੀਆਰਗਨਾਈਜੇਸ਼ਨ ਐਕਟ ਕਿੱਥੇ ਗਿਆ? ਜਿਹੜੇ ਐਗਰੀਮੈਂਟਸ ਹੋਏ ਸੀ ਉਸ ਐਕਟ ਦੇ ਤਹਿਤ ਇਹ ਕੌਣ ਅਫਸਰ ਹੈ ਜਿਹਨੇ ਕਿਹਦੇ ਅਧਿਕਾਰਾਂ ਦੇ ਨਾਲ ਇਹ ਜਿਹੜੀ ਹੈ ਇਹ ਐਡਵਰਟਾਈਜ਼ਮੈਂਟ ਹੈ ਇੰਨਾ ਖਰਚਾ ਕਰਕੇ ਦਿੱਤੀ ਹੈ? ਇਹਦੀ ਐਕਟ ਕੋਈ ਨਾ ਕੋਈ ਕਿਸੇ ਨਾ ਕਿਸੇ ਜਿਹੜੇ ਸਾਡੇ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਨੇ, ਗਵਰਨਰ ਸਾਹਿਬ, ਉਹਨਾਂ ਨੋਟਿਸ ਤਾਂ ਲੈਣਾ ਚਾਹੀਦਾ, ਕਿਉਂਕਿ ਪੰਜਾਬ ਦੇ ਵੀ ਉਹ ਹੱਕਾਂ ਦੇ ਸਾਡੇ ਉਹ ਵੀ ਕਸਟੋਡੀਅਨ ਨੇ, ਗਵਰਨਰ ਦੇ ਪੰਜਾਬ ਦੇ। ਇਸ ਕਰਕੇ ਕਿਹਦੀ ਪ੍ਰਵਾਨਗੀ ਹੈ? ਕਿਉਂਕਿ ਐਕਟਾਂ ਤੋਂ ਉੱਤੇ ਤਾਂ ਕੁਝ ਨਹੀਂ ਹੁੰਦਾ, ਪਰ ਇਹ ਪ੍ਰਵਾਨਗੀ ਕਿਹਦੀ ਹੈ? ਸਿਰਫ ਰੋਕ ਦੇਣਾ ਹੀ ਇੱਕ ਹੱਲ ਨਹੀਂ, ਇੱਥੇ ਪੈਸੇ ਵੀ ਖਰਚੇ ਗਏ ਇਸ ਐਡਵਰਟਾਈਜ਼ਮੈਂਟ ਦੇ ਉੱਤੇ। ਇਸ ਐਡਵਰਟਾਈਜ਼ਮੈਂਟ ਨੇ ਕਿੰਨੀ ਵੱਡੀ ਹਲਚਲ ਪੈਦਾ ਕੀਤੀ ਹੋਈ ਹੈ। ਕੀ ਇੰਟਰਸਟ ਹੈ? ਇੰਟਰਸਟ ਸਿਰਫ ਇਹ ਹੈ ਕਿ ਜਿਹੜੇ ਇੱਥੇ ਮੁਲਾਜ਼ਮ ਇੱਥੇ ਡੈਪੂਟੇਸ਼ਨ ਤੇ ਆਉਂਦੇ ਆ, ਜੇ ਤੁਸੀਂ ਉਹਨਾਂ ਦੇ ਉੱਤੇ ਅਨਸਰਟਨਟੀ ਕ੍ਰੀਏਟ ਕਰਕੇ ਰੱਖੋਗੇ ਤੇ ਇੱਥੇ ਲੋਕੀ ਡੈਪੂਟੇਸ਼ਨ ਤੇ ਆਉਣੋਂ ਬੰਦ ਕਰ ਦੇਣਗੇ। ਕਿਉਂਕਿ ਟੀਚਰ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਸਾਡਾ ਰੂਲ ਹੈ, ਮੈਂ ਬਤੌਰ ਸਿੱਖਿਆ ਮੰਤਰੀ ਆਪ ਜਿਹੜਾ ਉਸ ਗੱਲ ਤੋਂ ਵਾਕਿਫ ਹਾਂ, ਕਿ ਅਸੀਂ ਕਦੀ ਵੀ ਕਿਸੇ ਟੀਚਰ ਨੂੰ ਉਹਦੀ ਰਿਕੁਐਸਟ ਤੋਂ ਬਿਨਾਂ ਟਰਾਂਸਫਰ ਨਹੀਂ ਕਰਦੇ। ਭਾਵੇਂ ਕੋਈ 20 ਸਾਲ ਇੱਕ ਸਟੇਸ਼ਨ 'ਤੇ ਬੈਠਾ ਰਹੇ ਔਰ ਕੋਈ ਸ਼ਿਕਾਇਤ ਨਹੀਂ ਹੈ ਤੇ ਅਸੀਂ ਉਹਨੂੰ ਜਿਹੜਾ ਟਰਾਂਸਫਰ ਨਹੀਂ ਕਰਦੇ। ਉੱਥੇ ਤਾਂ ਉਹ ਇਸ ਕਰਕੇ ਆਰਾਮ ਨਾਲ ਆਪਣਾ ਕੰਮ ਕਰਦਾ। ਜੇ ਤੁਸੀਂ ਉਹਦਾ 3 ਸਾਲ ਦਾ ਪੀਰੀਅਡ ਇੱਥੇ ਰੱਖ ਦਿਓਗੇ ਚੰਡੀਗੜ੍ਹ ਦੇ ਵਿੱਚ, 3 ਸਾਲ ਤਾਂ ਚੰਡੀਗੜ੍ਹ 'ਚ ਮਕਾਨ ਨਹੀਂ ਲੱਭਦਾ, 3 ਸਾਲਾਂ ਤੋਂ ਬਾਅਦ ਉਹਨੂੰ ਜਾ ਕੇ ਫਿਰ ਤਰਨ ਦਾ ਸਟੇਸ਼ਨ ਲੱਭਣਾ। ਚੰਡੀਗੜ੍ਹ 'ਚ ਤਾਂ ਉਹੀ ਆਏਗਾ ਜਿਹੜਾ ਮੋਹਾਲੀ ਨੂੰ ਬਿਲੋਂਗ ਕਰਦਾ, ਜਾਂ ਪਟਿਆਲੇ ਨੂੰ ਬਿਲੋਂਗ ਕਰਦਾ, ਜਾਂ ਰੋਪੜ ਨੂੰ, ਜਾਂ ਫਤਿਹਗੜ੍ਹ ਸਾਹਿਬ ਨੂੰ ਬਿਲੋਂਗ ਕਰਦਾ। ਜਿਸ ਬੰਦੇ ਨੂੰ ਪਤਾ ਕਿ ਜੇ 3 ਸਾਲਾਂ ਬਾਅਦ ਮੈਨੂੰ ਬਾਅਦ 'ਚ ਜਾ ਕੇ ਤੇ ਪਤਾ ਨਹੀਂ ਹੋਰ ਫਾਜ਼ਿਲਕਾ ਜਾ ਕੇ ਮਿਲੇਗਾ ਕਿ ਕਿਹੜਾ ਮਿਲੇਗਾ, ਤੇ ਚੰਡੀਗੜ੍ਹ 'ਚ ਨਹੀਂ ਆਏਗਾ। ਇਸ ਕਰਕੇ ਇਹਨਾਂ ਦੇ ਜਿਹੜੇ ਪ੍ਰਸ਼ਾਸਕ ਨੇ ਉਹਨਾਂ ਦੀ ਕੋਸ਼ਿਸ਼ ਹੈ ਕਿ ਇਹੋ ਜਿਹੀ ਅਨਸਰਟਨਟੀ ਕ੍ਰੀਏਟ ਕਰਕੇ ਰੱਖੋ ਕਿ ਚੰਡੀਗੜ੍ਹ ਦੀ ਡੈਪੂਟੇਸ਼ਨ ਤੇ ਆਉਣ ਤੋਂ ਜਿਹੜਾ ਬੰਦਾ ਉਹ ਡਿਸਕਰੇਜ ਹੋਵੇ। ਇਹ ਇੱਕ ਜਿਹੜੀ ਹੈਗੀ ਸਿਸਟਮੈਟਿਕ ਤਰੀਕੇ ਦੇ ਨਾਲ ਉਹਨਾਂ ਨੂੰ ਮੈਂਟਲ ਟੌਰਚਰ ਕੀਤਾ ਜਾਂਦਾ, ਜਦੋਂ ਕਿ ਜ਼ਰੂਰਤ ਕੀ ਹੈ ਇਸ ਗੱਲ ਦੀ। ਜੇ ਕੇਂਦਰ ਸਰਕਾਰ ਦੇ ਵਿੱਚ ਅਫਸਰ ਡੈਪੂਟੇਸ਼ਨ ਤੇ ਜਾਂਦੇ ਆ, ਉੱਥੇ ਉਹਦੀ ਪ੍ਰਮੋਸ਼ਨ ਹੋ ਜਾਂਦੀ ਆ, ਉਹਨੂੰ ਉੱਥੇ ਨੈਕਸਟ ਰੈਂਕ ਦੇ ਵਿੱਚ ਉੱਥੇ ਰੱਖ ਲਿਆ ਜਾਂਦਾ। ਜੇ ਇੱਥੇ ਕਿਸੇ ਦੀ ਪ੍ਰਮੋਸ਼ਨ ਹੋ ਜਾਏ, ਉਹਨੂੰ ਪ੍ਰਮੋਸ਼ਨ ਦੇ ਬਹਾਨੇ ਵਾਪਸ ਕਰ ਦਿੱਤਾ ਜਾਂਦਾ। ਕਿ ਇੱਥੇ ਜੇ ਹਾਇਰ ਗ੍ਰੇਡ ਦੇ ਉੱਤੇ ਪੋਸਟ ਅਵੇਲੇਬਲ ਹੈ ਤੇ ਇੱਥੇ ਉਹਨੂੰ ਕਿਉਂ ਨਹੀਂ ਦਿੱਤੀ ਜਾ ਸਕਦੀ? ਜਦੋਂ ਕਿ ਮੈਂ ਫਿਰ ਅਸਰਟ ਕਰਦਾ ਇਸ ਗੱਲ ਨੂੰ ਕਿ ਇਹ ਸਾਡਾ ਰਾਈਟ ਹੈ, ਇੱਥੇ 60% ਮੁਲਾਜ਼ਮ ਲਾਉਣੇ, ਇਹ ਸਾਡਾ ਰਾਈਟ ਹੈ। ਕੋਈ ਅਸੀਂ ਭੀਖ ਨਹੀਂ ਮੰਗਦੇ ਕਿਸੇ ਕੋਲੋਂ, ਚੰਡੀਗੜ੍ਹ ਦੇ ਕਿਸੇ ਅਫਸਰ ਕੋਲੋਂ ਜਾਂ ਕੇਂਦਰ ਦੀ ਸਰਕਾਰ ਕੋਲੋਂ। ਇਹ ਸਾਡਾ ਆਪਣਾ ਰਾਈਟ ਹੈ। ਇਸੇ ਤਰ੍ਹਾਂ ਹੋਰ ਕੋਸ਼ਿਸ਼ਾਂ ਹੁੰਦੀਆਂ ਨੇ। ਪੁਲਿਸ ਦੇ ਵਿੱਚ ਵੀ ਇਹੀ ਕੋਸ਼ਿਸ਼ ਹੋਈ ਕਿ ਡੀਐਸਪੀ ਲੈਵਲ ਦੇ ਉੱਤੇ
ਡਾਇਨੈਪਸ ਦੇ ਜਿਹੜੇ ਕੇਂਦਰ ਦੇ ਅਫਸਰ ਲਿਆ ਕੇ ਉਹਨਾਂ ਨੂੰ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਚੰਡੀਗੜ੍ਹ ਦੇ ਵਿੱਚ ਐਡੀਸ਼ਨਲ ਪੋਸਟਾਂ ਕ੍ਰੀਏਟ ਕਰਕੇ ਜਿਹੜੀ ਸਾਡੇ ਜਿਹੜੀ ਹੈ ਐਸਐਸਪੀ ਦੀ ਜਿਹੜੀ ਵੈਲਿਊ ਹੁੰਦੀ ਹੈ ਚੰਡੀਗੜ੍ਹ ਦੀ, ਉਹ ਵੀ ਤਰੀਕੇ ਨਾਲ ਖਤਮ ਕਰ ਦਿੱਤੀ ਗਈ, ਕਿਉਂਕਿ ਇਹੋ ਜਿਹੀਆਂ ਉਹਦੇ ਉੱਤੇ ਹੋਰ ਪੋਸਟਾਂ ਕ੍ਰੀਏਟ ਕਰਨੀਆਂ ਗਈਆਂ ਯੂਟੀ ਕੇਡਰ ਦੀਆਂ, ਜਿਹਦੇ ਨਾਲ ਪ੍ਰੈਕਟੀਕਲੀ ਜਿਹੜੀ ਉਹਦੀ ਆਪਣੀ ਪਾਵਰ ਸੀ ਚੰਡੀਗੜ੍ਹ ਤੇ ਐਸਐਸਪੀ ਦੀ, ਉਹ ਡਿਲਿਊਟ ਹੋ ਗਈ। ਇਸ ਕਰਕੇ ਉਹਦਾ ਆਪਣਾ ਢੰਗ ਤਰੀਕਾ ਲੱਭ ਲਿਆ ਗਿਆ। ਪਿੱਛੇ ਡਾਇਨੈਪਸ ਵਾਲਿਆਂ ਨੂੰ ਧੱਕੇ ਦੇ ਨਾਲ ਲਿਆ ਕੇ ਤੇ ਜਿਹੜੇ ਸਾਡੇ ਪੰਜਾਬ ਕੇਡਰ ਦੇ ਔਰ ਹਰਿਆਣੇ ਦੇ ਜਿਹੜੇ ਡੀਐਸਪੀ ਸੀ, ਉਹਨਾਂ ਦੇ ਹੱਕ ਜਿਹੜੇ ਆ ਉਹ ਕਟੇਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸੇ ਤਰ੍ਹਾਂ ਹੁਣ 3 ਪੰਜਾਬ ਦੇ ਪੀਸੀਐਸ ਜਾਂ ਐਸਸੀਐਸ, ਉਹਨਾਂ ਅਫਸਰਾਂ ਦੀ ਥਾਂ ਦੇ ਉੱਤੇ ਵੀ 3 ਜਿਹੜੇ ਆ ਸਿੱਧੇ ਡੈਪੂਟੇਸ਼ਨ ਤੋਂ ਜਿਹੜੇ ਆ ਕੇਂਦਰ ਸਰਕਾਰ ਤੋਂ ਲੈ ਕੇ ਉਹ ਭਰਨ ਦੀ ਕੋਸ਼ਿਸ਼ ਕੀਤੀ ਗਈ। ਪੰਜਾਬ ਦੇ ਵਿੱਚ ਸਾਡਾ ਚੀਫ ਇੰਜੀਨੀਅਰ ਐਡਮਿਨਿਸਟ੍ਰੇਸ਼ਨ ਸ਼ੁਰੂ ਤੋਂ ਲੈ ਕੇ ਲੱਗਦਾ ਸੀ ਕਿ ਇੱਕ ਚੀਫ ਇੰਜੀਨੀਅਰ ਸਾਡੇ ਪੰਜਾਬ ਦਾ ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਲੱਗਦਾ ਸੀ। ਪਿਛਲੇ ਹੁਣ 5-6 ਸਾਲ ਤੋਂ ਉਹ ਵੀ ਖਤਮ ਹੋ ਗਿਆ। ਉਹ ਵੀ ਆਪਣੇ ਜਿਹੜੀ ਜਾਂ ਯੂਟੀ ਕੇਡਰ ਦੇ ਉੱਤੋਂ ਕੋਈ ਪੋਸਟ ਕ੍ਰੀਏਟ ਕਰ ਲਈ ਜਾਂਦੀ ਜਾਂ ਕਿਤੋਂ ਹੋਰ ਲੈ ਹੁੰਦਾ। ਮੈਂ ਤਾਂ ਹੈਰਾਨ ਸੀ ਕਿ ਜਿਹੜੀ ਪਹਿਲਾਂ ਫਾਈਨੈਂਸ ਸੈਕਟਰੀ ਦੇ ਕੋਲ ਐਜੂਕੇਸ਼ਨ ਸੈਕਟਰੀ ਦਾ ਵੀ ਚਾਰਜ ਹੁੰਦਾ ਸੀ ਪੱਕੇ ਤੌਰ ਦੇ ਉੱਤੇ, ਔਰ ਸਪੋਰਟਸ ਦਾ ਵੀ। ਹੁਣ ਐਜੂਕੇਸ਼ਨ ਦਾ ਵੀ ਉਹਦੇ ਕੋਲ ਲੈ ਲਿਆ ਗਿਆ, ਉੱਥੇ ਯੂਟੀ ਕੇਡਰ ਦਾ ਅਫਸਰ ਲਗਾਤਾ ਗਿਆ, ਸਪੋਰਟਸ ਦਾ ਵੀ ਉੱਥੇ ਲਗਾਤਾ ਗਿਆ। ਔਰ ਜੁਆਇੰਟ ਡਾਇਰੈਕਟਰ ਸਪੋਰਟਸ ਹਿਮਾਚਲ ਤੋਂ ਲਿਆ ਕੇ ਪਤਾ ਨਹੀਂ ਕਿਵੇਂ ਪੰਜਾਬ ਦੇ ਵਿੱਚ ਜੁਆਇੰਟ ਡਾਇਰੈਕਟਰ ਸਪੋਰਟ ਜਿਹੜਾ ਉਹ ਲਗਾਤਾ ਗਿਆ। ਇਸ ਕਰਕੇ ਕੋਸ਼ਿਸ਼ ਇਹ ਹੁੰਦੀ ਹੈ, ਇੱਕ ਸਹਾਇਕ ਕਮਿਸ਼ਨਰ ਦੀ ਪੋਸਟ ਵਾਸਤੇ ਇਹਨਾਂ ਨੇ ਐਡਵਰਟਾਈਜ਼ਮੈਂਟ ਕੱਢੀ ਸੀ। ਇਹ ਮੇਰੀ 29 ਨਵੰਬਰ 2018 ਦੀ ਲੈਟਰ ਹੈ। ਡੈਪੂਟੇਸ਼ਨ ਤੇ ਲੈਣਾ ਸੀ ਪੰਜਾਬ ਤੇ ਹਰਿਆਣਾ ਤੋਂ, ਲੇਕਿਨ ਪੰਜਾਬ ਨੂੰ ਚਿੱਠੀ ਨਹੀਂ ਭੇਜੀ ਗਈ, ਇਕੱਲੀ ਹਰਿਆਣੇ ਨੂੰ ਚਿੱਠੀ ਭੇਜ ਦਿੱਤੀ ਗਈ ਕਿ ਤੁਸੀਂ ਆਪਣਾ ਅਫਸਰ ਭੇਜੋ। ਫਿਰ ਮੈਂ ਇਹ ਲੈਟਰ ਲਿਖੀ ਉਸ ਵੇਲੇ, ਤੇ ਫਿਰ ਉਸ ਲੈਟਰ ਤੋਂ ਬਾਅਦ ਜਿਹੜੀ ਆ ਉਹ ਪੰਜਾਬ ਨੂੰ ਲੈਟਰ ਕੱਢੀ ਗਈ ਕਿ ਠੀਕ ਹੈ ਪੰਜਾਬ ਦੇ ਕੋਲੋਂ ਵੀ ਮੰਗ ਰਹੇ। ਮਤਲਬ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਇਹ ਕੋਸ਼ਿਸ਼ ਹੁੰਦੀ ਆ ਕਿ ਜਿਹੜੀ ਆ ਸਾਡੇ ਨਫਰੀ ਕਿਸੇ ਤਰੀਕੇ ਘਟਾਈ ਜਾਵੇ, ਔਰ ਜਾਂ ਯੂਟੀ ਕੇਡਰ ਦੀ ਜਾਂ ਕੇਂਦਰ ਤੋਂ ਡੈਪੂਟੇਸ਼ਨ ਤੇ ਲੈ ਕੇ ਜਾਂ ਕਿਤੋਂ ਹੋਰ ਡੈਪੂਟੇਸ਼ਨ ਲਿਆ ਕੇ ਜਾਂ ਆਪਣਾ ਕੇਡਰ ਕ੍ਰੀਏਟ ਕਰਕੇ ਇਹ ਸਾਡੇ ਮੁਲਾਜ਼ਮਾਂ ਦੇ ਹੱਕ ਜਿਹੜੇ ਆ ਇਹ ਮਾਰੇ ਜਾਵੇ। ਇਸ ਤੋਂ ਵੱਧ ਅਨਿਆਂ ਹੋਇਆ ਬੀਬੀਐਮਬੀ ਦੇ ਵਿੱਚ। ਉੱਥੇ ਦੇਖੋ ਕਿੱਡਾ ਵੱਡਾ ਧੱਕਾ ਜਿਹੜਾ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਬੀਬੀਐਮਬੀ ਦੇ ਵਿੱਚ ਜਿਹੜੀ ਆ ਮੈਂਬਰ ਪਾਵਰ ਦੀ ਪੋਸਟ ਜਿਹੜੀ ਆ ਉਹ ਹਮੇਸ਼ਾ ਪੰਜਾਬ ਤੋਂ ਭਰੀ ਜਾਂਦੀ, ਔਰ ਮੈਂਬਰ ਇਰੀਗੇਸ਼ਨ ਦੀ ਜਿਹੜੀ ਪੋਸਟ ਹੈ ਉਹ ਹਰਿਆਣੇ ਤੋਂ ਭਰੀ ਜਾਂਦੀ ਹੈ। ਹੁਣ ਜਿਹੜੇ ਨਵੇਂ ਰੂਲਸ ਉਹਦੇ ਉੱਤੇ ਉਹਨਾਂ ਨੇ ਲਾਏ, ਜਿਹਦੇ 'ਤੇ ਵਿਵਾਦ ਉੱਠਿਆ, ਉਹਦੇ ਵਿੱਚ ਹੁਣ ਕਿਤੋਂ ਵੀ ਲਿਆ ਜਾ ਸਕਦਾ। ਦੇਖੋ ਪਾਣੀ ਸਾਡੇ ਡੈਮ ਸਾਡੇ ਉਹਨਾਂ ਦਰਿਆਵਾਂ ਦੇ ਉੱਤੇ ਬਣਿਆ ਹੋਇਆ, ਉਹਦੀ ਨਿਗਰਾਨੀ ਦੇ ਹੱਕਦਾਰ ਅਸੀਂ ਹਾਂ, ਅਸੀਂ ਉਹਨਾਂ ਦੀ ਰਾਖੀ ਕਰਨੀ ਹੈ ਕਿ ਠੀਕ ਸ਼ੇਅਰ ਜਾਂਦਾ ਕਿ ਨਹੀਂ ਜਾਂਦਾ। ਪਰ ਕਿਤੋਂ ਵੀ ਦੇਸ਼ 'ਚੋਂ ਲਾ ਕੇ ਇਹ ਸਾਡੇ ਪੰਜਾਬ ਦੇ ਨਾਲ ਧੱਕਾ ਕਿਉਂ ਵਾਰ-ਵਾਰ ਕੀਤਾ ਜਾਂਦਾ? ਪਹਿਲਾਂ ਸੁਰੱਖਿਆ ਦੇ ਨਾਂ ਦੇ ਉੱਤੇ ਡੈਮਾਂ ਦੇ ਕੰਟਰੋਲ ਲੈ ਲਏ, ਹੁਣ ਕੰਟਰੋਲ ਦੇ ਵਿੱਚੋਂ ਅੱਗੋਂ ਮੈਨੇਜਮੈਂਟ ਦੇ ਵਿੱਚ ਵੀ ਜੇ ਤੁਸੀਂ ਪੰਜਾਬ ਦੇ ਅਫਸਰਾਂ ਦੀ ਜਿਹੜੀ ਖਤਮ ਕਰ ਦਿਓਗੇ, ਅੱਗੇ ਪੋਸਟਾਂ ਜਿਹੜੀਆਂ ਉਹ ਸਾਰੀਆਂ ਖਾਲੀ ਪਈਆਂ, ਉਹਦੇ 'ਚ ਜਿਹੜੀਆਂ ਪੰਜਾਬ ਕੇਡਰ ਦੀਆਂ ਪੋਸਟਾਂ ਉਹ ਨਹੀਂ ਭਰਦੇ। ਇਸ ਕਰਕੇ ਇੱਕ ਲੈਵਲ 'ਤੇ ਨਹੀਂ, ਇੱਕ ਸਾਜ਼ਿਸ਼ ਹੈ ਗਿਣੀ ਮਿਥੀ ਕਿ ਸਿਸਟੇਮੈਟਿਕ ਤਰੀਕੇ ਦੇ ਨਾਲ ਸਾਡੇ ਜਿਹੜੇ ਸਾਰੇ ਹੱਕ ਆ ਉਹ ਪੰਜਾਬ ਦੇ ਜਿਹੜੇ ਆ ਉਹ ਖਤਮ ਕੀਤੇ ਜਾ ਰਹੇ ਆ। ਇਹ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ, ਪ੍ਰਧਾਨ ਸਾਹਿਬ ਦੀ ਤਰਫੋਂ ਮੈਂ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਚੀਜ਼ਾਂ ਨੂੰ ਕਦੀ ਵੀ ਲਾਈਟਲੀ ਨਹੀਂ ਲੈਂਦਾ। ਅਸੀਂ ਗੰਭੀਰਤਾ ਦੇ ਨਾਲ ਇਹਨਾਂ ਸਾਰੇ ਇਸ਼ੂ ਦੇ ਅਗੇਂਸਟ ਆਵਾਜ਼ ਉਠਾਵਾਂਗੇ। ਛੇਤੀ ਸਾਡੇ ਪ੍ਰਧਾਨ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਮਿਲਣਗੇ। ਹੋਰ ਵੀ ਜਿਹੜੇ ਫੋਰਮ ਦੇ ਉੱਤੇ ਇਹ ਇਸ਼ੂ ਸਾਨੂੰ ਰੇਜ਼ ਕਰਨਾ ਪਿਆ, ਅਸੀਂ ਪਹਿਲਾਂ ਵੀ ਰੇਜ਼ ਕਰਦੇ ਰਹੇ ਹਾਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੀ ਜਦੋਂ ਪੁਲਿਸ ਦੇ ਮਾਮਲੇ 'ਚ ਹੁੰਦੀ ਸੀ, ਮੈਂ ਵੀ ਉਦੋਂ ਨਾਲ ਗਿਆ, ਸਰਦਾਰ ਸੁਖਬੀਰ ਸਿੰਘ ਬਾਦਲ ਵੀ ਗਏ, ਉਦੋਂ ਵੀ ਅਸੀਂ ਜਾ ਕੇ ਇਹ ਜਿਹੜੇ ਇਸ ਤਰ੍ਹਾਂ ਦੇ ਤਰੀਕੇ ਹੁੰਦੇ ਸੀ ਰੋਕਦੇ ਸੀ। ਪਰ ਹੁਣ ਕਿਉਂਕਿ ਇਹਨਾਂ ਨੇ ਪੀਰੀਅਡ ਉਹ ਚੁਣਿਆ ਕਿ ਜਦੋਂ ਸਰਕਾਰ ਨਾਂ ਦੀ ਚੀਜ਼ ਤਾਂ ਕੋਈ ਹੈ ਹੀ ਨਹੀਂ ਪੰਜਾਬ 'ਤੇ, ਖੈਰ 5 ਸਾਲ ਹੀ ਸਰਕਾਰ ਨਹੀਂ ਰਹੀ, ਇਹਨਾਂ ਨੇ ਆਪਣੀ ਜ਼ਿੰਮੇਵਾਰੀ ਕਦੇ ਵੀ ਨਹੀਂ ਨਿਭਾਈ। ਪਰ ਹੁਣ ਦਾ ਇਲੈਕਸ਼ਨ ਤੋਂ ਬਾਅਦ ਇਸ ਪੀਰੀਅਡ ਦੇ ਵਿੱਚ ਇਹ ਜਿਹੜੀ ਸਾਜ਼ਿਸ਼ ਰਚੀ ਗਈ ਹੈ ਇਹ ਬਹੁਤ ਨਿੰਦਣਯੋਗ ਹੈ। ਇਹਨੂੰ ਮੈਂ ਕੰਡੈਮ ਕਰਦਾ ਔਰ ਅਸੀਂ ਇਹਨੂੰ ਹਾਈਐਸਟ ਲੈਵਲ ਦੇ ਉੱਤੇ ਟੇਕ ਅਪ ਕਰਾਂਗੇ ਔਰ ਇਹ ਇਨਸ਼ੋਰ ਕਰਾਂਗੇ ਕਿ ਪੰਜਾਬ ਦੇ ਹੱਕ ਜਿਹੜੇ ਆ ਉਹ ਨਾ ਗਵਾਚਣ। ਇੱਕ ਮੈਂ ਪੰਜਾਬ ਦੇ ਮੁੱਖ ਸਕੱਤਰ ਸਾਹਿਬ ਨੂੰ ਖਾਸ ਤੌਰ 'ਤੇ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਕੱਲ੍ਹ ਅਸੀਂ ਪਾਰਟੀ ਦੇ 4 ਲੀਡਰ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਜੇਲ੍ਹ ਦੇ ਵਿੱਚ ਮਿਲ ਕੇ ਆਏ ਸੀ। ਮਜੀਠੀਆ ਸਾਹਿਬ ਤਾਂ ਚੜ੍ਹਦੀ ਕਲਾ ਦੇ ਵਿੱਚ ਆ, ਜੋ ਜਬਰ ਜ਼ੁਲਮ ਬੇਇਨਸਾਫੀ ਸਰਕਾਰ ਕਰ ਰਹੀ ਆ ਉਹਦਾ ਡਟ ਕੇ ਮੁਕਾਬਲਾ ਕਰ ਰਹੇ ਆ, ਉਹਦੀ ਸਾਨੂੰ ਕੋਈ ਚਿੰਤਾ ਨਹੀਂ। ਲੇਕਿਨ ਇੱਕ ਕੈਦੀਆਂ ਦਾ ਉਹਨਾਂ ਨੇ ਸਾਡੇ ਧਿਆਨ ਦੇ ਵਿੱਚ ਇਸ਼ੂ ਲਿਆਂਦਾ ਸੀ ਕਿ ਕੋਵਿਡ ਤੋਂ ਬਾਅਦ ਜਿਹੜੇ ਕੈਦੀ ਆ ਉਹਨਾਂ ਦੇ ਪਰਿਵਾਰਾਂ ਦੀ ਬਹੁਤ ਬੁਰੀ ਹਾਲਤ ਹੈ,
ਸਾਲ ਤੱਕ ਤੋਂ ਵੀ ਵੱਧ ਸਮਾਂ ਹੋ ਗਿਆ ਕੈਦੀ ਆਪਣੇ ਪਰਿਵਾਰਾਂ ਨਾਲ ਮੁਲਾਕਾਤ ਨਹੀਂ ਕਰ ਪਾ ਰਹੇ, ਕਿਉਂਕਿ ਗਾਈਡਲਾਈਨਸ ਉਹੀ ਨੇ। ਬਾਹਰ ਮਾਹੌਲ ਚੇਂਜ ਹੋ ਚੁੱਕਿਆ, ਇਲੈਕਸ਼ਨ ਵੀ ਹੋ ਗਈ, ਰੈਲੀਆਂ ਵੀ ਹੋ ਗਈ। ਉਹਨਾਂ ਨੇ ਕਿਹਾ ਕਿ ਅੰਦਰ ਮੈਨੂੰ ਪਤਾ ਨਹੀਂ ਕਿੰਨੇ ਕੋ ਕੈਦੀਆਂ ਨੇ ਕਿਹਾ ਜਿਹੜੇ ਡਿਪਰੈਸ਼ਨ 'ਚ ਜਾ ਰਹੇ ਆ, ਮਾਨਸਿਕ ਤਣਾਅ ਦੇ ਵਿੱਚ ਨੇ, ਕਿ ਜਿਹੜੇ ਪਰਿਵਾਰਾਂ ਦੇ ਨਾਲ ਮੁਲਾਕਾਤ ਹੀ ਨਹੀਂ ਕਰ ਪਾ ਰਹੇ। ਤਾਂ ਮੈਂ ਮੁੱਖ ਸਕੱਤਰ ਸਾਹਿਬ ਨੂੰ ਅਸੀਂ ਲਿਖ ਕੇ ਵੀ ਭੇਜ ਰਹੇ ਹਾਂ, ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀਆਂ ਗਾਈਡਲਾਈਨਸ ਆ ਰਿਵਾਈਜ਼ ਹੋਣੀਆਂ ਚਾਹੀਦੀਆਂ। ਕੋਈ ਭਾਵੇਂ ਜੇਲ੍ਹ ਦੇ ਵਿੱਚ ਵੀ ਆ, ਉਹਦੇ ਵੀ ਮਨੁੱਖੀ ਅਧਿਕਾਰ ਨੇ, ਪਰਿਵਾਰ ਦੇ ਨਾਲ ਮਿਲਣਾ ਜਿਹੜਾ ਹਰ ਇੱਕ ਦਾ ਆਪਣਾ ਹੱਕ ਆ। ਇਹ ਹੁਣ ਸਮੇਂ ਦੇ ਮੁਤਾਬਕ ਕਿਉਂਕਿ ਹਾਲਾਤ ਬਦਲ ਚੁੱਕੇ ਆ, ਇਹ ਗਾਈਡਲਾਈਨਸ ਇਮੀਡੀਏਟਲੀ ਰਿਲੈਕਸ ਹੋ ਕੇ ਤੇ ਉਹਨਾਂ ਦੀ ਮੁਲਾਕਾਤ ਜਿਹੜੀ ਆ ਕੈਦੀਆਂ ਦੀ ਪਰਿਵਾਰਾਂ ਦੇ ਨਾਲ ਇਹ ਹੋਣੀ ਚਾਹੀਦੀ ਆ। ਇਸ ਤੋਂ ਇਲਾਵਾ ਕੋਈ ਤੁਹਾਡਾ ਕੁਐਸਚਨ ਹੋਵੇ ਤਾਂ ਵੈਲਕਮ। ਡਾਕਟਰ ਸਾਹਿਬ ਤੁਸੀਂ